ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਤੁਸੀਂ ਸੁਣੋ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਇੱਕ ਗੁੱਡ ਨਿਊਜ਼ ਆ, ਖੁਸ਼ੀ ਦੀ ਖਬਰ ਆ ਜਿਹਦਾ ਇੰਤਜ਼ਾਰ ਹੈ ਕਿਸਮ ਦਾ ਤੁਸੀਂ ਸਾਰੇ ਕਰ ਰਹੇ ਸੀ। ਸਰਕਾਰ ਨੇ ਜੋ ਕਿਹਾ ਸੀ ਉਹਦੇ ਉੱਤੇ ਖਰਾ ਉਤਰਨ ਜਾ ਰਹੀ ਹੈ। ਕਿਹੜੀ ਗੁੱਡ ਨਿਊਜ਼ ਆ? ਬਹੁਤ ਕੁਝ ਖੁੱਲ੍ਹਣ ਜਾ ਰਿਹਾ। ਇੱਕ ਡੇਟ ਵੀ ਆਈ ਹੈ। ਪਹਿਲਾਂ ਸਰਕਾਰ ਕੋਈ ਆਫੀਸ਼ੀਅਲ ਡੇਟ ਨਹੀਂ ਦੇ ਰਹੀ ਸੀ ਅਤੇ ਹੁਣ ਇੱਕ ਡੇਟ ਵੀ ਦਿੱਤੀ, ਉਹਦੇ ਬਾਰੇ ਗੱਲ ਕਰਾਂਗੇ ਜੀ। ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਹਰ ਰੋਜ਼ ਦੀ ਤਰ੍ਹਾਂ ਇਟਲੀ ਦੇ ਵਿੱਚ ਜਿਹੜੇ ਨਵੇਂ ਕੇਸ ਅੱਜ ਕਿੰਨੇ ਆਏ ਆ। ਅੱਜ 16 ਅਪ੍ਰੈਲ ਹੈ ਜੀ। ਇਟਲੀ ਦੇ ਵਿੱਚ 15,943 ਨਵਾਂ ਕੇਸ, 18,779 ਮਰੀਜ਼ ਹੋਏ ਠੀਕ, 429 ਮਰੀਜ਼ਾਂ ਦੀ ਹੋਈ ਮੌਤ। ਅਤੇ ਜੇ ਗੱਲ ਕਰੀਏ ਅਸੀਂ ਟੈਸਟਾਂ ਦੀ ਤਾਂ ਇਟਲੀ ਦੇ ਵਿੱਚ 3,27,704 ਟੋਟਲ ਟੈਸਟ ਕੀਤਾ ਗਿਆ। ਕੱਲ੍ਹ ਦੇ ਨਾਲੋਂ 8,000 ਟੈਸਟ ਵੱਧ ਕੀਤਾ ਗਿਆ। ਅਤੇ ਅੱਜ ਜਿਹੜੀ ਤਾਸੋ ਦੀ ਪੋਜ਼ੀਟਿਵਿਟੀ 4.9% ਸੀਗੀ। ਅਤੇ ਕਹਿਣ ਦਾ ਮਤਲਬ ਹਰ 100 ਟੈਸਟ ਪਿੱਛੇ 4 ਜਾਂ ਅਸੀਂ ਰੱਖ ਸਕਦੇ ਹਾਂ ਕਿ ਹਰ 100 ਟੈਸਟਾਂ ਪਿੱਛੇ 5 ਬੰਦੇ ਪੋਜ਼ੀਟਿਵ ਆ ਰਹੇ ਸੀ। ਅਤੇ ਕੱਲ੍ਹ ਇਹ 5.3% ਚੱਲ ਰਹੀ ਸੀ। ਦੀਆਂ ਟੌਪ ਸਟੇਟਾਂ ਜਾਂ ਫਿਰ ਵੈਕਸੀਨ ਦੀ ਜਿਹੜੀ ਗੱਲ ਆ ਉਹ ਬਾਅਦ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਦੀਆਂ ਖਾਸ ਖਬਰਾਂ ਵੱਲ। ਇਟਲੀ ਦੇ ਵਿੱਚ ਅੱਜ ਪਹਿਲੀ ਕੋਵਿਡ ਫ੍ਰੀ ਟ੍ਰੇਨ ਚੱਲੀ ਹੈ ਜੋ ਰੋਮਾ ਤੋਂ ਮਿਲਾਨ ਨੂੰ ਗਈ। ਇਹਦੇ ਵਿੱਚ ਤੰਪੋਨੇ ਫ੍ਰੀ ਹੋ ਗਏ ਨੇ। ਜਿੰਨੇ ਵੀ ਬੰਦੇ ਦੱਸਿਆ ਜਾ ਰਿਹਾ ਕਿ ਸਾਰਿਆਂ ਨੂੰ ਚੈੱਕ ਕੀਤਾ ਗਿਆ, ਸਾਰਿਆਂ ਦੇ ਟੈਸਟ ਕੀਤੇ ਗਏ ਅਤੇ ਇਹਨੂੰ ਕੋਵਿਡ ਫ੍ਰੀ ਟ੍ਰੇਨ ਦੱਸਿਆ ਗਿਆ। ਅੱਜ ਇਹ ਰੋਮਾ ਤੋਂ ਮਿਲਾਨ ਦੇ ਲਈ ਚੱਲੀ ਹੈ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ, ਅਗਲਾ ਅਪਡੇਟ ਅਸੀਂ ਆ ਰਹੇ ਹਾਂ ਜੀ। ਇਟਲੀ ਦੇ ਵਿੱਚ ਮਸ਼ਹੂਰੀਆਂ ਦੇਣ ਦਾ ਢੰਗ ਬਹੁਤ ਅਲੱਗ-ਅਲੱਗ ਹੁੰਦਾ। ਸਾਰੀਆਂ ਹੀ ਕੰਪਨੀਆਂ ਦਾ ਢੰਗ ਆਪਣਾ। ਇੱਦਾਂ ਦੀ ਇੱਕ ਇਟਲੀ ਦੇ ਵਿੱਚ ਸੋਫਿਆਂ ਦੀ ਮਸ਼ਹੂਰ ਕੰਪਨੀ ਹੈ ਜਿਹਦਾ ਨਾਮ ਆ ਪੁਲਤਰੋਨੇ ਸੋਫਾ। ਪੁਲਤਰੋਨੇ ਸੋਫਾ ਨੂੰ 1 ਮਿਲੀਅਨ 10 ਲੱਖ ਤਕਰੀਬਨ 10 ਲੱਖ ਯੂਰੋ ਦਾ ਜੁਰਮਾਨਾ ਕੀਤਾ ਗਿਆ। ਜੁਰਮਾਨਾ ਕਰਨ ਦਾ ਕਾਰਨ ਕੀ ਸੀ? ਕਹਿੰਦੇ ਕਿ ਉਹਨਾਂ ਨੇ ਜਿਹੜੀ ਪਬਲਿਸਿਟੀ ਆ ਬਹੁਤ ਹੀ ਗਲਤ ਤਰੀਕੇ ਦੇ ਨਾਲ ਕੀਤੀ, ਬੰਦਿਆਂ ਨੂੰ ਧੋਖਾ ਦਿੱਤਾ। ਅਤੇ ਇਟਲੀ ਦੇ ਵਿੱਚ ਐਂਟੀ ਟਰਸਟ ਆ ਜਿੱਦਾਂ ਅਸੀਂ ਕਹਿ ਦਿੰਦੇ ਹਾਂ, ਇਸਨੂੰ ਅਸੀਂ ਕੰਜ਼ਿਊਮਰ ਕੋਰਟ ਇਹ ਵੀ ਕਹਿ ਸਕਦੇ ਹਾਂ। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਜੀ, ਇਹਨਾਂ ਨੇ 2020 ਦੇ ਵਿੱਚ ਸਕੋਂਤੋਆਂ ਲਾਈਆਂ ਸੀ। ਪੂਰੀ ਡਿਟੇਲ ਤੁਹਾਨੂੰ ਦੱਸਦੇ ਹਾਂ ਜੀ 10 ਲੱਖ ਦਾ ਜੁਰਮਾਨਾ ਹੋਣ ਦਾ ਕਾਰਨ ਕੀ ਸੀ। ਸਭ ਤੋਂ ਪਹਿਲਾਂ ਵੱਡਾ ਕਾਰਨ ਇਹ ਹੈ ਜੀ ਕਿ ਪੁਲਤਰੋਨੇ ਸੋਫਾ ਨੇ ਇਹਨਾਂ ਨੇ ਕਿਹਾ ਹੈਗਾ ਕਿ ਅਸੀਂ 50% ਜਿਹੜਾ ਡਿਸਕਾਊਂਟ ਆ 50% ਡਿਸਕਾਊਂਟ ਤੁਹਾਨੂੰ ਦੇਵਾਂਗੇ। ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਜਿਹੜਾ ਡਿਸਕਾਊਂਟ ਆ 50% ਨਹੀਂ ਸੀ, ਉਹ ਸੀਗਾ 25% ਡਿਸਕਾਊਂਟ, ਫਿਰ ਉਸ 'ਤੇ ਹੋਰ 25% ਡਿਸਕਾਊਂਟ। ਅਤੇ ਇਹਦੇ ਨਾਲ ਇਹ 50% ਨਹੀਂ ਹੁੰਦਾ, 100 ਨੂੰ 25 ਕੀਤਾ ਤਾਂ 75 ਹੈਗਾ, ਫਿਰ ਉਸ 75 'ਤੇ 25% ਡਿਸਕਾਊਂਟ ਮਿਲਣਾ ਹੈ, ਜਿਹਦੇ ਨਾਲ ਬੰਦੇ ਨੂੰ 50 ਤੋਂ ਸਮਾਨ ਮਹਿੰਗਾ ਮਿਲਣਾ ਹੈ। ਜਾਣੀ ਕਿ ਦਿਮਾਗ ਬੰਦੇ ਦਾ ਖਰਾਬ ਕੀਤਾ ਗਿਆ। ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿੰਨੇ ਵੀ ਬੰਦਿਆਂ ਨੇ ਸੋਫੇ ਲੈਣੇ ਇਹਨਾਂ ਦਾ ਰੇਟ ਬਹੁਤ ਘੱਟ ਵਾ। ਰੇਟ ਵਾ ਜਿਹੜਾ ਫਰਵਰੀ ਦਾ ਦੱਸਿਆ ਗਿਆ ਸੀਗਾ ਕਿ ਜਿਹੜੇ ਵੀ ਬੰਦਿਆਂ ਨੇ ਹੁਣ ਖਰੀਦ ਲਿਆ ਉਹਨਾਂ ਨੂੰ 4 ਜਨਵਰੀ ਤੋਂ ਲੈ ਕੇ 9 ਫਰਵਰੀ ਤੱਕ ਦੱਸਿਆ ਗਿਆ ਸੀ। 2020 ਦੇ ਵਿੱਚ 48 ਮਹੀਨੇ ਤਕਰੀਬਨ 4 ਸਾਲ ਬਿਨਾਂ ਕਿਸੇ ਵਿਆਜ ਤੋਂ, ਬਿਨਾਂ ਇੰਟਰਸਟ ਤੋਂ ਉਹ ਸੋਫਾ ਖਰੀਦ ਸਕਦਾ। 1500 ਦਾ ਸੋਫਾ, 2000 ਦਾ, 4000 ਦਾ, ਜਿੰਨੇ ਦਾ ਵੀ ਸੋਫਾ ਖਰੀਦਣਾ ਬੰਦਾ ਖਰੀਦ ਸਕਦਾ। ਪਰ ਫਿਰ ਕੀ ਹੋਇਆ, ਜਿਸ ਤਰ੍ਹਾਂ ਬੰਦੇ ਇਹਨਾਂ ਨੇ ਖਰੀਦਣਾ ਸ਼ੁਰੂ ਕੀਤੇ ਆ 9 ਫਰਵਰੀ ਨੂੰ ਕਹਿ ਕੇ ਨਹੀਂ ਜੀ, ਕਹਿੰਦੇ ਇਹਦਾ ਜਿਹੜਾ ਸਕਾਦੈਂਸਾ ਸੀ, ਇਹਦੀ ਐਕਸਪਾਇਰ ਡੇਟ ਤਾਂ 19 ਜਨਵਰੀ ਸੀ। ਤੁਹਾਨੂੰ ਭੁਲੇਖਾ ਲੱਗ ਗਿਆ, ਤੁਸੀਂ ਜਿਹੜੀ ਮਸ਼ਹੂਰੀ ਆ ਗੱਲ ਤਾਂ ਦੇਖੀ। ਉਸ ਤੋਂ ਬਾਅਦ ਕਹਿ ਰਿਹਾ ਕਿ ਜੋ ਪ੍ਰਮੋਸ਼ਨ ਸੀਗਾ ਜਾਂ ਆਫਰ ਸੀਗਾ ਸਾਰੇ ਸੋਫਿਆਂ ਦੇ ਉੱਤੇ ਨਹੀਂ ਸੀ, ਸਿਰਫ ਜਿਹੜੇ ਦੁਕਾਨ ਦੇ ਵਿੱਚ ਪਏ ਸੋਫੇ ਸਨ ਉਹਨਾਂ ਦੇ ਉੱਤੇ ਹੀ ਸੀ। ਬਸ ਫਿਰ ਕੀ ਸੀ? ਉਸ ਤੋਂ ਬਾਅਦ ਇੱਕ ਹੋਰ ਗੱਲ ਸੀ, ਕਹਿ ਰਹੇ ਸੀਗੇ ਵੀ ਤੁਸੀਂ ਆਪਣਾ ਪੁਰਾਣਾ ਸੋਫਾ ਦਿਓ, ਅਸੀਂ 1500 ਯੂਰੋ ਦੇ ਵਿੱਚ ਰੱਖਦੇ ਹਾਂ। 14 ਮਈ ਤੋਂ ਲੈ ਕੇ 15 ਜੂਨ ਤੱਕ ਇਹਨਾਂ ਨੇ ਇਹ ਵੀ ਇੱਕ ਅਫੇਅਰ ਤਾਂ ਕੱਢਿਆ ਸੀ, ਪਰ 1500 ਯੂਰੋ ਦੱਸਿਆ ਜਾ ਰਿਹਾ ਹੈ, ਪਰ ਇਹ ਵੀ ਉਹਨਾਂ ਨੇ ਨਹੀਂ ਰੱਖਿਆ, ਜਿਸ ਕਾਰਨ ਐਂਟੀ ਟਰਸਟ ਵਾਲਿਆਂ ਨੇ ਇਹਨਾਂ ਨੂੰ 10 ਲੱਖ ਯੂਰੋ ਦਾ ਜੁਰਮਾਨਾ ਕੀਤਾ ਜੀ। ਅਪਡੇਟ ਆ ਰਿਹਾ ਜੀ ਕੱਲ੍ਹ ਪਰਸੋਂ ਦਾ ਅਪਡੇਟ ਸੀਗਾ, ਜਿਸ ਟਾਈਮ ਇੱਕ ਫਾਈਨਾਂਸਰ ਜਿਹੜਾ ਮਾਰੇਸ਼ਲ ਥਾਣੇਦਾਰ ਉਹਨੇ ਆਪਣੀ ਘਰਵਾਲੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹੁਣ ਰੋਮਾ ਦੇ ਵਿੱਚ ਇੱਕ ਕਾਰਾਬੀਨੀਰੀ ਦੀ ਗੱਲਬਾਤ ਆ ਰਹੀ ਹੈ, ਉਸਨੇ ਆਪਣੀ ਘਰਵਾਲੀ ਨੂੰ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ। ਅਤੇ ਇੱਕ ਹੋਰ ਅਪਡੇਟ ਆ ਰਿਹਾ ਜੀ, ਇੱਕ 19 ਸਾਲ ਦੇ ਮੁੰਡੇ ਨੇ ਆਪਣੀ ਮਾਂ ਅਤੇ ਆਪਣਾ ਜਿਹੜਾ ਮਤਰਿਆ ਬਾਪ ਆ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਗੱਲ ਕੁਛ ਇਸ ਹਿਸਾਬ ਨਾਲ ਹੋਈ ਹੈ ਜੀ ਕਿ 19 ਸਾਲ ਦਾ ਮੁੰਡਾ ਸੀ, ਉਹਦੀ ਮੰਮੀ ਦਾ ਕਿਸੇ ਹੋਰ ਨਾਲ ਵਿਆਹ ਹੋਣ ਵਾਲਾ ਸੀ, ਦੋਵੇਂ ਘਰ ਦੇ ਵਿੱਚ ਹੁੰਦੇ ਆ। ਅਤੇ ਉਹਦਾ ਜਿਹੜਾ 19 ਸਾਲ ਦਾ ਮੁੰਡਾ ਉਹ ਕਹਿੰਦਾ ਕੋਈ ਨਹੀਂ, ਅੱਜ ਤੁਹਾਨੂੰ ਖਾਣਾ ਮੈਂ ਬਣਾ ਕੇ ਦਿੰਦਾ, ਅਤੇ ਉਹਨਾਂ ਨੂੰ ਜ਼ਹਿਰ ਪਾ ਕੇ ਦੇ ਦਿੰਦਾ ਜੀ। ਉਹ ਸਲਮੋਨੇ ਦੇ ਵਿੱਚ ਉਹਨਾਂ ਨੂੰ ਮੱਛੀ ਬਣਾ ਕੇ ਦਿੰਦਾ, ਕੁਛ ਵੀ ਸਮਾਨ ਬਣਾ ਕੇ ਦਿੰਦਾ ਜਿਹਦੇ ਵਿੱਚ ਜ਼ਹਿਰ ਪਾ ਕੇ ਦੇ ਦਿੰਦਾ। ਅਤੇ ਜਦੋਂ ਗੁਆਂਢੀਆਂ ਨੂੰ ਕੋਈ ਸ਼ੱਕ ਪੈ ਜਾਂਦੀ ਹੈ, ਮੁੰਡਾ ਦੌੜ ਜਾਂਦਾ
ਤੇ ਪੁਲਿਸ ਨੂੰ ਬੁਲਾਉਂਦੇ ਆ, ਕਾਰਾਬੰਜੀਰੀ ਘਰ ਦੇ ਵਿੱਚ ਆਉਂਦੀ ਆ ਅਤੇ ਬੰਦਾ ਉੱਥੇ ਮ੍ਰਿਤਕ ਹਾਲਤ ਦੇ ਵਿੱਚ ਬੰਦਾ ਮਰ ਚੁੱਕਾ ਸੀ। ਪਰ ਜਿਹੜੀ ਔਰਤ ਸੀ ਉਹ ਬੌਂਦਲੀ ਹੋ ਜਿਹੀ ਸੀ, ਉਹਨੂੰ ਸਮਝ ਨਹੀਂ ਸੀ ਆ ਰਿਹਾ ਵੀ ਕੀ ਹੋ ਰਿਹਾ ਸਭ ਕੁਝ। ਫਿਰ ਕਿਸੇ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਸਾਰੀ ਉਹਨਾਂ ਨੂੰ ਲਿਆ ਗਿਆ, ਪਰ ਬੰਦੇ ਲਈ ਤਾਂ ਕੁਛ ਵੀ ਕਰਨਾ ਮੁਮਕਿਨ ਨਹੀਂ ਸੀ, ਕਿਉਂਕਿ ਹੁਣ ਤੱਕ ਤਾਂ ਉਹ ਵਿਚਾਰਾ ਪੂਰਾ ਹੋ ਚੁੱਕਾ ਹੈ। ਅਤੇ ਔਰਤ ਨੂੰ ਬਹੁਤ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਐਡਮਿਟ ਕੀਤਾ ਗਿਆ ਜੀ। ਅਤੇ ਇਸ ਤੋਂ ਬਾਅਦ ਮੁੰਡੇ ਨੂੰ ਬਾਅਦ 'ਚ ਹੁਣ ਫੜ ਲਿਆ ਗਿਆ ਅਤੇ ਉਹਦੇ ਉੱਤੇ ਇਰਾਦਾ ਕਤਲ ਦਾ ਕੇਸ ਪੈਣਾ ਅਤੇ ਇੱਕ ਕਤਲ ਦਾ ਕੇਸ ਪੈਣਾ, 2 ਧਾਰਾ ਲੱਗਣੀਆਂ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਆਇਰਲੈਂਡ ਤੋਂ। ਤੁਹਾਨੂੰ ਮੇਨ ਅਪਡੇਟ ਦੱਸ ਰਹੇ ਕਿ ਜਿਹੜਾ ਵੀ ਬੰਦਾ ਆਇਰਲੈਂਡ ਦੇ ਵਿੱਚ ਇਟਲੀ ਤੋਂ ਜਾਣਾ ਹੈ ਉਹਨੂੰ ਕੁਆਰੰਟਾਈਨ ਹੋਣਾ ਹੀ ਪੈਣਾ ਹੈ। ਕੁਆਰੰਟਾਈਨ ਹੋਣ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ ਜੀ। ਇਟਲੀ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਕਹਿ ਰਹੇ ਨੇ ਕਿ ਅੱਜ ਅਸੀਂ ਪੀਲੇ ਜ਼ੋਨ ਦੇ ਵਿੱਚ ਹੋਣਾ ਸੀ, ਅਸੀਂ ਨਵੇਂ ਕਾਨੂੰਨ ਉਹਨਾਂ ਦੇ ਹਿਸਾਬ ਨਾਲ ਪੀਲੇ ਜ਼ੋਨ ਦੇ ਵਿੱਚ ਹੋਣਾ ਸੀ ਜੇਕਰ ਦੇਖਰੇਤੋ ਨਾ ਹੁੰਦਾ। ਤੁਹਾਨੂੰ ਇੱਕ ਵਾਰ ਫਿਰ ਯਾਦ ਕਰਾ ਦੀ ਇਟਲੀ ਦੇ ਵਿੱਚ ਜਿਹੜਾ ਦੇਖਰੇਤੋ ਆਇਆ ਸੀ, ਨਵਾਂ ਜੋ ਕਾਨੂੰਨ ਆਇਆ ਸੀ, ਉਸ ਹਿਸਾਬ ਦੇ ਨਾਲ ਪੂਰਾ ਅਪ੍ਰੈਲ ਦਾ ਮਹੀਨਾ ਕੋਈ ਵੀ ਜਿਹੜੀ ਸਟੇਟ ਆ ਪੀਲੇ ਜ਼ੋਨ ਦੇ ਵਿੱਚ ਨਹੀਂ ਜਾ ਸਕਦੀ ਸੀ। ਪਰ ਇਸ ਕਰਕੇ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਪੀਲੇ ਜ਼ੋਨ ਦੇ ਵਿੱਚ ਜਾਣ ਦੀਆਂ ਹੱਕਦਾਰ ਨੇ। ਨਵਾਂ ਕਾਨੂੰਨ ਆ ਜਿਹੜਾ ਉਹ ਇਹਨਾਂ ਨੂੰ ਜਾਣ ਨਹੀਂ ਦੇ ਰਿਹਾ ਜੀ। ਉੱਧਰ ਹੀ ਫਰਾਂਸ ਦੀ ਜੇਕਰ ਗੱਲ ਕਰੀਏ ਤਾਂ ਫਰਾਂਸ ਦੇ ਵਿੱਚ 38,045 ਨਵਾਂ ਕੇਸ ਆਇਆ। ਤਕਰੀਬਨ 5,000 ਬੰਦੇ ਜਿਹੜੇ ਥੈਰੇਪੀ ਇੰਟੈਂਸਿਵ ਆ, 5,902 ਬੰਦੇ ਆ ਜਿਹੜੇ ਥੈਰੇਪੀ ਇੰਟੈਂਸਿਵ ਆ ਐਮਰਜੈਂਸੀ ਵਾਰਡਾਂ ਦੇ ਵਿੱਚ ਮੌਜੂਦ ਹਨ। ਅਤੇ ਸਚੀਲੀਆ ਦੇ ਵਿੱਚ ਹੋਰ 6 ਪਿੰਡ, ਹੋਰ 6 ਸ਼ਹਿਰ 28 ਅਪ੍ਰੈਲ ਤੱਕ ਜ਼ੋਨਾ ਰੋਸਾ ਰੈੱਡ ਜ਼ੋਨ ਦੇ ਵਿੱਚ ਚਲੇ ਗਏ ਨੇ। ਕਿਹੜੇ ਪਿੰਡ ਨੇ ਇਹ? ਆ ਜੀ ਪਿੰਡਾਂ ਦਾ ਨਾਮ ਆ ਜੀ ਅਚੀਰਿਆਲੇ ਆ, ਇੱਕ ਪਿੰਡ ਆ ਜੀ ਅਚੀਰਿਆਲੇ ਜੋ ਕਿ ਕਤਾਨੀਆ ਦੇ ਵਿੱਚ ਪੈ ਰਿਹਾ। ਉਸ ਤੋਂ ਬਾਅਦ ਲੈਂਤੀਨੀ ਜੋ ਕਿ ਸਿਰਾਕੂਜ਼ਾ ਦੇ ਵਿੱਚ ਆ, ਮਰੀਆ ਨਾਪੋਲੀ ਅਤੇ ਰਿਜ਼ੁਤਾਨੋ ਇਹ ਪੈ ਰਿਹਾ ਜੀ ਕਲਤੇਨੀਸੈਤਾ ਦੇ ਵਿੱਚ। ਉਸ ਤੋਂ ਬਾਅਦ ਪਿੰਡ ਦਾ ਨਾਂ ਹੈ ਜੀ ਪਾਲਮਾ ਦੀ ਮੋਂਤੇਕਿਆਰੇ ਜੋ ਕਿ ਅਗਰੀਜੈਂਤੋ ਦੇ ਵਿੱਚ ਪੈ ਰਿਹਾ। ਇਹ ਸਾਰੇ ਦੇ ਸਾਰੇ ਸ਼ਨੀਵਾਰ 17 ਤੋਂ ਲੈ ਕੇ 28 ਅਪ੍ਰੈਲ ਤੱਕ ਰੈੱਡ ਜ਼ੋਨ ਦੇ ਵਿੱਚ ਰਹਿਣਗੇ। ਅਤੇ ਇਜ਼ਰਾਈਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਤਵਾਰ ਤੋਂ ਮਾਸਕ ਲਾਉਣਾ ਜ਼ਰੂਰੀ ਨਹੀਂ ਹੋਊਗਾ। ਜੋ ਵੀ ਬੰਦਾ ਖੁੱਲ੍ਹੀਆਂ ਜਗ੍ਹਾ ਦੇ ਵਿੱਚ ਘੁੰਮਣਾ ਫਿਰਨਾ, ਬੈਠ ਕੇ ਖਾਣਾ ਪੀਣਾ ਚਾਹੁੰਦਾ ਤਾਂ ਉਹਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ ਹੈ ਜੀ। ਅਮਰੀਕਾ ਦੇ ਵਿੱਚ ਇੱਕ ਹੋਰ ਸਟੱਡੀ ਕੀਤੀ ਗਈ ਹੈ ਜੀ, ਜਿਸ ਸਟੱਡੀ ਦੇ ਹਿਸਾਬ ਨਾਲ ਗੱਲ ਸਾਹਮਣੇ ਆਈ ਹੈ ਕਿ ਜੋ ਕੋਵਿਡ-19 ਹੈ, ਜਿਹੜਾ ਕਰੋਨਾ ਵਾਇਰਸ ਆ, ਇਹ ਦਿਮਾਗ ਨੂੰ ਡਾਇਰੈਕਟਲੀ ਇਨਫੈਕਟ ਨਹੀਂ ਕਰਦਾ, ਪਰ ਬਹੁਤ ਕੇਸਾਂ ਦੇ ਵਿੱਚ ਦਿਮਾਗ ਨੂੰ ਹਾਨੀ ਵੀ ਪਹੁੰਚਾ ਸਕਦਾ ਹੈ ਜੀ। ਨਵੇਂ ਕਾਨੂੰਨਾਂ ਦੇ ਵਿੱਚ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜੀ, ਰਾਤ ਦਾ ਕਰਫਿਊ ਦਾ ਜੋ ਟਾਈਮ ਹੈ ਰਾਤ ਦੇ 10 ਤੋਂ ਲੈ ਕੇ ਸਵੇਰ ਦੇ 5 ਤੱਕ, ਉਹ ਫਿਲਹਾਲ ਨਹੀਂ ਬਦਲਿਆ ਜਾਊਗਾ। ਹਰ ਹਫ਼ਤੇ ਦੇਖਿਆ ਜਾਣਾ ਕਿ ਬਦਲਣਾ ਪੈਣਾ ਜਾਂ ਫਿਰ ਨਹੀਂ ਬਦਲਣਾ ਪੈਣਾ ਜੀ। ਅਤੇ ਜੌਨਸਨ ਇਹਦਾ ਯੂਰਪ ਯੂਨੀਅਨ ਦੇ ਵਿੱਚ ਇਹਦਾ ਫੈਸਲਾ ਹੋਣਾ 20 ਅਪ੍ਰੈਲ ਨੂੰ ਫੈਸਲਾ ਹੋਣਾ ਕਿ ਇਹ ਯੂਰਪ ਦੇ ਵਿੱਚ ਆਊਗੀ ਜਾਂ ਫਿਰ ਨਹੀਂ ਆਊਗੀ। ਉੱਧਰ ਹੀ ਤਰੈਂਤੀਨੋ ਦੇ ਵਿੱਚ ਜਿਹੜੇ ਬਾਰ ਰੈਸਟੋਰੈਂਟ ਆ ਸੋਮਵਾਰ ਤੋਂ ਖੁੱਲ੍ਹ ਜਾਣੇ ਆ ਜੀ। ਬਾਰ ਰੈਸਟੋਰੈਂਟ ਤਰੈਂਤੀਨੋ ਦੇ ਵਿੱਚ ਜੋ ਕਿ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲ੍ਹ ਸਕਦੇ ਆ ਜੀ। ਜੀ ਅੱਜ ਦੇ ਨਵੇਂ ਕਾਨੂੰਨ ਦੇ ਵੱਲ, ਖੁਸ਼ਖਬਰੀ ਵੱਲ ਸਰਕਾਰ ਨੇ ਜਿਹੜੀ ਮਾਰੀਓ ਦਰਾਗੀ ਜੀ ਨੇ ਬਹੁਤ ਵੱਡਾ ਫੈਸਲਾ ਲਿਆ। ਕੀ ਹੈ ਜੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। 26 ਅਪ੍ਰੈਲ ਤੋਂ ਰੈਸਟੋਰੈਂਟ ਖੋਲ੍ਹ ਸਕਣਗੇ, ਰੈਸਟੋਰੈਂਟ ਬਾਰ ਸਭ ਕੁਝ ਖੁੱਲ੍ਹਣਗੇ। ਬਾਹਰ ਬੈਠ ਕੇ ਖਾਣਾ ਖਾ ਸਕਦੇ ਹਾਂ, ਸ਼ਾਮ ਨੂੰ ਚੀਨਾ ਡਿਨਰ ਜਿਹੜੇ ਕਰ ਸਕਦੇ ਹਾਂ। ਜਿਹੜੇ ਰੇਜੋਨੀ ਆ, ਜਿਹੜੇ ਆਪਣੀਆਂ ਸਟੇਟਾਂ ਨੇ ਪੀਲੀਆਂ ਸਟੇਟਾਂ ਵੀ ਹੋਣਗੀਆਂ। 26 ਅਪ੍ਰੈਲ ਤੋਂ ਸਭ ਕੁਝ ਬਦਲਣ ਜਾ ਰਿਹਾ ਜੀ। ਜੋ ਗੱਲ ਸਾਨੂੰ ਮਿਲ ਰਹੀ ਹੈ ਜੋ ਉਹਦੇ ਵਿੱਚ ਜੇ ਦੇਖਿਆ ਜਾਵੇ ਪੀਲਾ ਜ਼ੋਨ ਕਰਨਾ ਤਾਂ ਫਿਲਹਾਲ ਮੁਸ਼ਕਿਲ ਆ, ਪਰ ਜੇ ਅਸੀਂ ਦੇਖੀਏ ਤਾਂ ਕਿਹੜੀਆਂ ਸਟੇਟਾਂ ਨੇ ਜਿਹੜੀਆਂ ਪੀਲੇ ਜਾਂ ਫਿਰ ਪੀਲੇ ਦੇ ਨੇੜੇ ਲੱਗ ਰਹੀਆਂ ਨੇ? ਲੋਂਬਰਦੀਆ, ਲਾਤਸੀਓ, ਲਿਗੂਰੀਆ, ਵੇਨੇਤੋ, ਪੀਮੋਂਤੇ, ਅਬਰੂਜ਼ੋ, ਏਮੀਲੀਆ ਰੋਮਾਨੀਆ, ਮਾਰਕੇ ਮੋਲੀਜ਼ਾ ਅਤੇ ਉmbria, ਬੋਲਸਾਨੋ, ਤਰੇਂਤੋ, ਇਹਨਾਂ ਦੇ ਜਿਹੜੇ ਆਰਟੀ ਲੈਵਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾ ਰਹੇ ਆ। ਜੋ ਕਿ 26 ਤਰੀਕੇ ਦੇ ਵਿੱਚ ਜਿਹੜਾ ਇਟਲੀ ਦੇ ਵਿੱਚ ਇੱਕ ਜੋਨਾ ਜਾਲਾ ਰਫੋਰਸਾਤਾ ਸ਼ੁਰੂ ਹੋਣਾ, ਉਹਦੇ ਵਿੱਚ ਜਾ ਸਕਦੇ। ਅਸਲ ਦੇ ਵਿੱਚ ਹੈ ਕੀ ਜੀ ਜੋਨਾ ਜਾਲਾ ਰਫੋਰਸਾਤਾ? ਪੀਲਾ ਜ਼ੋਨ 30 ਅਪ੍ਰੈਲ ਤੱਕ ਨਹੀਂ ਬਣ ਸਕਦਾ ਪੂਰੇ ਮਹੀਨੇ ਦੇ ਵਿੱਚ, ਪਰ ਇਹਨਾਂ ਨੇ ਇੱਕ ਨਵਾਂ ਜ਼ੋਨ ਬਣਾਇਆ ਜਿਹਦਾ ਨਾਮ ਪੀਲਾ ਜ਼ੋਨ ਰਫੋਰਸਾਤਾ। ਇਹਦੇ ਵਿੱਚ ਕੀ ਕਰ ਸਕਦੇ ਹਾਂ ਜੀ? ਸਭ ਕੁਛ ਡਿਪੈਂਡ ਕਰਨਾ ਜੀ 23 ਅਪ੍ਰੈਲ 'ਤੇ। 23 ਅਪ੍ਰੈਲ ਦੇ ਵਿੱਚ ਸਰਕਾਰ ਨੇ ਦੇਖਣਾ ਕਿ ਕਿਹੜੀ ਸਟੇਟ ਕਿਸ ਹਿਸਾਬ ਦੇ ਨਾਲ ਚੱਲਦੀ ਹੈ, ਅਤੇ 26 ਅਪ੍ਰੈਲ ਨੂੰ ਜਿਹੜੀਆਂ ਉਸ ਡੇਟਾਂ ਦੇ ਹਿਸਾਬ ਦੇ ਨਾਲ, ਉਸ ਰੇਟਾਂ ਦੇ ਹਿਸਾਬ ਨਾਲ ਇਹਨਾਂ ਨੂੰ ਪੀਲੇ ਜ਼ੋਨ ਜਿਹੜਾ ਜਾਣਾ ਜਾਲਾ ਰਫੋਰਸਾਤਾ ਜਾਂ ਸੰਕਤੀ ਜਾਂ ਰੈੱਡ ਜ਼ੋਨ ਦੇ ਵਿੱਚ ਕੀਤਾ ਜਾਊਗਾ। ਪਰ ਇਸ ਟਾਈਮ ਜੇ ਅਸੀਂ ਆਰਟੀ ਲੈਵਲ ਦੀ ਗੱਲ ਕਰੀਏ, ਏਮੀਲੀਆ ਰੋਮਾਨੀਆ ਦੇ ਵਿੱਚ 0.78,
ਫ੍ਰੀਲੀ ਵਨੇਸਿਆ ਜੂਲੀਆ ਦਾ 072, ਲਾਸੀਓ 079, ਲੋਂਬਰਦੀਆ 078, ਮੋਲੀਜ਼ੇ 079, ਪੀਏਮੋਂਤੇ 075, ਬੋਲਸਾਨੋ 087, ਤਰੇਂਤੋ 069 ਅਤੇ ਪੂਲੀਆ 99, ਉੰਬਰੀਆ 084 ਅਤੇ ਵੇਨਤੋ 081। ਕਹਿਣ ਦਾ ਮਤਲਬ ਇਹ ਜਿਹੜੀਆਂ ਸਾਰੀਆਂ ਦੀ ਸਾਰੀਆਂ ਸਟੇਟਾਂ ਆ ਇਸ ਨਵੇਂ ਜਿਹੜੇ ਜ਼ੋਨੇ ਦੇ ਵਿੱਚ ਜਾ ਸਕਦੀਆਂ ਨੇ। ਇਹਨਾਂ ਦੇ ਵਿੱਚ ਕੀ ਕੀਤਾ ਜਾ ਸਕਦਾ? ਬਾਹਰ ਰੈਸਟੋਰੈਂਟ ਖੋਲ੍ਹ ਜਾਣੇ, ਸਪੋਰਟ ਕਰਨ ਦੇ ਲਈ, ਖੇਡ ਕੁੱਦਣ ਕਰਨ ਦੇ ਲਈ ਕੋਈ ਪ੍ਰੋਬਲਮ ਨਹੀਂ ਹੋਣੀ। ਜਿਹੜਾ ਕੋਪਰੀ ਫੋਕ ਵਾਰ ਜਿਹੜਾ ਕਰਫਿਊ ਦਾ ਟਾਈਮ ਆ, ਫਿਲਹਾਲ ਦੱਸਿਆ ਜਾ ਰਿਹਾ ਕਿ ਇਸ ਟਾਈਮ ਰਾਤ ਦੇ 10 ਵਜੇ ਤੱਕ ਹੀ ਆ ਇਸ ਟਾਈਮ। ਬਾਕੀ 23 ਤਰੀਕ ਨੂੰ ਹੋ ਸਕਦਾ ਕਿ ਕੁਛ ਬਦਲਿਆ ਵੀ ਜਾ ਸਕਦਾ, ਪਰ ਇਸ ਟਾਈਮ ਦੱਸਿਆ ਜਾ ਰਿਹਾ ਕਿ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਕਰਫਿਊ ਆ ਇਹ ਲੱਗਾ ਰਹਿਣਾ। ਪਲੈਸਤਰੇ ਪਸੀਨੇ ਕਦੋਂ ਖੁੱਲ੍ਹਣਗੇ ਬਹੁਤ ਪੁੱਛਿਆ ਜਾਂਦਾ। ਪਲੈਸਤਰੇ ਇਟਲੀ ਦੇ ਵਿੱਚ ਜਿੰਮ ਅਤੇ ਸਵੀਮਿੰਗ ਪੂਲ ਆ ਜਿਹੜੇ ਜੂਨ ਦੇ ਵਿੱਚ ਖੁੱਲ੍ਹ ਜਾਣੇ ਆ ਜੀ, ਜੂਨ ਦੇ ਵਿੱਚ ਖੁੱਲ੍ਹ ਜਾਣੇ ਆ। ਅਤੇ ਜਿਹੜੇ ਪਸੀਨੇ ਅਸੀਂ ਕਹਿੰਦੇ ਸਵੀਮਿੰਗ ਪੂਲ ਜਿੰਨੇ ਵੀ ਇਟਲੀ ਦੇ ਵਿੱਚ ਹੈਗੇ ਆ, ਮੇਤਾ ਮਾਜੋ ਅਸੀਂ ਕਹਿ ਸਕਦੇ ਹਾਂ ਕਿ ਮਈ ਦੇ ਦੂਸਰੇ ਹਫ਼ਤੇ ਦੇ ਵਿੱਚ ਖੁੱਲ੍ਹ ਜਾਣਗੇ। ਬਹੁਤ ਹੀ ਵੱਡੀ ਗੁੱਡ ਨਿਊਜ਼ ਆ ਰਹੀ। ਉਸ ਤੋਂ ਬਾਅਦ ਜੇ ਅਸੀਂ ਸਪਿਆਜੀਆਂ ਦੀ ਗੱਲ ਕਰੀਏ, ਸਮੁੰਦਰ ਕੰਢਿਆਂ ਦੀ ਗੱਲ ਕਰੀਏ, ਤਾਂ 15 ਮਈ ਤੋਂ ਜਿਹੜੇ ਸਮੁੰਦਰ ਕੰਢੇ ਆ, ਸਮੁੰਦਰਾਂ ਦੇ ਕੰਢੇ ਇਹ ਵੀ ਖੁੱਲ੍ਹ ਜਾਣਗੇ ਜੀ। ਨਾਲ ਮਾਰੀਓ ਦਰਾਗੀ ਜੀ ਦਾ ਇਹ ਵੀ ਇੱਕ ਬਹੁਤ ਤਕੜਾ ਬਿਆਨ ਆਇਆ ਜੀ ਕਿ ਅਸੀਂ ਰਿਸਕ ਲੈ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਨੂੰ ਦੁਬਾਰਾ ਮਜਬੂਰ ਕਰ ਦਿਓ ਕਿ ਅਸੀਂ ਇੱਕ ਵਾਰ ਫਿਰ ਉਸ ਏਰੀਏ ਦੇ ਵਿੱਚ ਚੱਲ ਜਾਈਏ, ਕਿਉਂਕਿ ਜੇਕਰ ਸਾਨੂੰ ਸਿਚੁਏਸ਼ਨ ਲੱਗੀ ਕਿ ਖ਼ਰਾਬ ਹੋ ਰਹੀ ਹੈ ਤਾਂ ਅਸੀਂ ਇੱਕ ਵਾਰ ਫਿਰ ਵਾਪਸ ਜਿਹੜੇ ਕਦਮ ਪੱਟ ਲਾਂਗੇ ਅਤੇ ਇੱਕ ਵਾਰ ਫਿਰ ਤੁਸੀਂ ਜਾ ਸਕਦੇ ਹੋ ਦੁਬਾਰਾ ਵਾਪਸ ਅਰਨਚੁਨੇ ਜ਼ੋਨ ਦੇ ਵਿੱਚ। ਇਸ ਟਾਈਮ ਜੋ ਗੱਲ ਦੱਸੀ ਜਾ ਰਹੀ ਹੈ ਕਿ 1 ਜੁਲਾਈ ਤੱਕ ਦਾ ਇਹਨਾਂ ਨੇ 1 ਜੂਨ ਤੋਂ ਲੈ ਕੇ ਜੁਲਾਈ ਤੱਕ ਇਹਨਾਂ ਨੇ ਦੱਸਿਆ ਕਿ ਪਲੈਸਤਰੇ ਜਿੰਮ ਪਸੀਨੇ ਖੁੱਲ੍ਹਣੇ ਆ। 15 ਮਈ ਤੋਂ ਬਾਅਦ ਪਸੀਨੇ ਅਤੇ ਉਸ ਤੋਂ ਬਾਅਦ ਜੂਨ ਦੇ ਵਿੱਚ ਪਲੈਸਤਰੇ, ਅਤੇ ਉਸ ਤੋਂ ਬਾਅਦ 1 ਜੁਲਾਈ ਤੋਂ ਬਾਅਦ ਹਰ ਇੱਕ ਤਰ੍ਹਾਂ ਦੀ ਜਿੱਦਾਂ ਫੀਅਰ ਮੇਲੇ ਜਾਂ ਮੇਲੇ ਹੋ ਗਏ ਜਾਂ ਹੋਰ ਤਰ੍ਹਾਂ ਦੀਆਂ ਕੁਨਚੈਰਤੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਅਖਾੜੇ ਵਗੈਰਾ ਸਾਰਾ ਕੁਛ ਲੱਗਣ ਲਾ ਸਕਦੇ ਹਾਂ ਜੀ। ਅਤੇ ਇੱਕ ਹੋਰ ਬਹੁਤ ਵੱਡੀ ਗੱਲ ਹੈ ਜੀ, ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਜਾਣ ਉੱਤੇ ਵੀ ਮਨਾਹੀ ਨਹੀਂ ਕੀਤੀ ਜਾਊਗੀ। ਜਿਸ ਟਾਈਮ 23 ਅਪ੍ਰੈਲ ਨੂੰ ਸਰਕਾਰ ਨੇ ਦੇਖਣਾ ਕਿ ਇਹ ਜਿਹੜੇ ਕਿਹੜੀਆਂ ਸਟੇਟਾਂ ਨੇ 23 ਤਰੀਕ ਨੂੰ ਏਮੀਲੀਆ ਰੋਮਾਨੀਆ, ਫ੍ਰੀਲੀ ਵਨੇਸਿਆ ਜੂਲੀਆ, ਲਾਸੀਓ, ਲੋਂਬਰਦੀਆ, ਮੋਲੀਜ਼ੇ, ਪੀਏਮੋਂਤੇ ਪ੍ਰੋਵਿੰਚਾ, ਆਪਣੇ ਜਿਹੜੇ ਬੋਲਸਾਨੋ, ਤਰੇਂਤੋ ਆ, ਪੂਲੀਆ, ਉੰਬਰੀਆ, ਵੇਨੇਤੋ ਜੇਕਰ ਜ਼ੋਨਾ ਜਾਲਨਾ ਰਫੋਰਸਾਤਾ ਦੇ ਵਿੱਚ ਹੋ ਗਏ ਤਾਂ ਇਸ ਦੇ ਨਾਲ ਇਹ ਹੋ ਜਾਣਾ ਕਿ ਇੱਕ ਸਟੇਟ ਤੋਂ ਦੂਜੀ ਸਟੇਟ 'ਤੇ ਜਾਣ 'ਚ ਕੋਈ ਪ੍ਰੋਬਲਮ ਨਹੀਂ। 23 ਅਪ੍ਰੈਲ ਤੋਂ ਇਸ ਟਾਈਮ ਜੋ ਕਾਨੂੰਨ ਆ, ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾ ਸਕਦੇ ਆ ਜੀ। ਜਿੰਨੀਆਂ ਵੀ ਸਪੈਕਟੈਕੂਲਰ ਜਿਹੜੀਆਂ ਵੀ ਲੂਨਾ ਪਾਰਕ ਜਾਂ ਸਰਕਸ ਦੀਆਂ ਕੰਪਨੀਆਂ ਸਾਰੀਆਂ ਦੀਆਂ ਸਾਰੀਆਂ 23 ਅਪ੍ਰੈਲ ਤੋਂ ਬਾਅਦ ਖੁੱਲ੍ਹਣ ਦੀ ਪੂਰੀ ਉਮੀਦ ਦਿਖ ਰਹੀ ਹੈ ਜੀ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਅੱਜ ਦੀਆਂ ਕੁਛ ਖਾਸ ਖਬਰਾਂ। ਉਮੀਦ ਕਰਦੇ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ। ਮਿਲਾਂਗੇ ਜੀ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖੋ ਜੀ। ਹਾਂਜੀ, ਜਿਹੜੇ ਬੰਦੇ ਸਾਨੂੰ ਲਗਾਤਾਰ ਇੱਕ ਹਫ਼ਤਾ ਪਹਿਲੇ 10 ਕਮੈਂਟ ਕਰ ਰਹੇ ਨੇ ਉਹਨਾਂ ਨੂੰ ਉਹ ਐਪਲੀਕੇਸ਼ਨ ਦਿੱਤੀ ਜਾਊਗੀ ਜੀ ਇਨਾਮ ਦੇ ਤੌਰ 'ਤੇ, ਜਿਹਦੇ ਨਾਲ ਤੁਸੀਂ ਫ੍ਰੀ YouTube ਹਰ ਕੁਛ ਖਬਰਾਂ, ਸੰਗੀਤ, ਗਾਣਾ, ਮਿਊਜ਼ਿਕ ਕੁਛ ਵੀ ਹਰ ਕੁਛ ਫ੍ਰੀ ਦੇਖ ਸਕਦੇ। ਇਸ ਕਰਕੇ ਕਮੈਂਟ ਕਰਨੇ ਨਾ ਭੁੱਲਿਓ ਅਤੇ ਲਾਈਕ ਕਰਨੇ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।